ਬ੍ਰਿਟਿਸ਼ ਕੋਲੰਬੀਆ ਵੱਲੋਂ ਆਪਣੇ ਨਵੇਂ ਪੀਐਨਪੀ ਡਰਾਅ ਦਾ ਐਲਾਨ ਕੀਤਾ ਗਿਆ। ਇਸ ਟੈਕ ਡਰਾਅ ਦੇ ਵਿੱਚ 95 ਸੱਦੇ ਜਾਰੀ ਕੀਤੇ ਗਏ। ਦੱਸ ਦਈਏ ਕਿ ਹੁਣ ਤੱਕ ਬ੍ਰਿਟਿਸ਼ ਕੋਲੰਬੀਆ ਵੱਲੋਂ 2021 ਦੇ ਦੌਰਾਨ 12 ਡਰਾਅ ਕੱਢੇ ਜਾ ਚੁੱਕੇ ਨੇ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਜ਼ਿਆਦਾ ਤੋਂ ਜ਼ਿਆਦਾ ਡਰਾਅ ਐਲਾਨ ਕੀਤੇ ਜਾਣਗੇ ਅਤੇ ਜ਼ਿਆਦਾ ਇਮੀਗ੍ਰੈਂਟਸ ਨੂੰ ਸੱਦੇ ਜਾਰੀ ਕੀਤੇ ਜਾਣਗੇ। ਬੈਂਕ ਆਫ ਕੈਨੇਡਾ ਨੇ ਵਿਆਜ ਦਰ ਦਾ ਕੀਤਾ ਐਲਾਨ। 0.25% ਤੇ ਬਰਕਰਾਰ ਰਹੇਗੀ ਵਿਆਜ ਦਰ। ਬਰੈਂਪਟਨ ਦੇ ਕ੍ਰੈਮੇਟੋਰੀਅਨ ਅਤੇ ਵਿਜ਼ਿਟੇਸ਼ਨ ਸੈਂਟਰ ਨੂੰ ਕੀਤਾ ਗਿਆ ਬੰਦ। ਪੰਜਾਬੀ ਮੈਨੇਜਰ ਦਾ ਲਾਇਸੈਂਸ ਰੱਦ। ਇਸ ਦੇ ਨਾਲ ਹੀ ਜਾਣੋ ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਦੇ ਹਾਲਾਤ। ਮੈਟਰੋ ਵੈਂਕੂਵਰ ਦੇ ਵਿੱਚ ਵੱਧ ਹੋਏ ਗੈਸ ਦੇ ਰੇਟ। $1.50 ਪ੍ਰਤੀ ਲੀਟਰ ਤੇ ਪਹੁੰਚੀ ਕੀਮਤ। ਕੈਨੇਡਾ ਆਉਣ ਵਾਲਿਆਂ ਦੀ ਪਹਿਲੀ ਪਸੰਦ ਬਣਿਆ ਟੋਰਾਂਟੋ। ਛੋਟੇ ਸ਼ਹਿਰ ਕੈਨੇਡਾ ਆਉਣ ਵਾਲਿਆਂ ਨੂੰ ਕਰ ਰਹੇ ਆਕਰਸ਼ਿਤ। ਕਿਊਬੈਕ ਦੇ ਵਿੱਚ ਆਮ ਲੋਕਾਂ ਨੂੰ ਲੱਗਣਗੇ ਟੀਕੇ। ਜਾਣੋ ਟੀਕੇ ਦੇ ਬਾਰੇ ਸਾਰੀ ਜਾਣਕਾਰੀ। ਬੈਂਕ ਆਫ ਕੈਨੇਡਾ ਵੱਲੋਂ ਆਪਣੀ ਵਿਆਜ ਦਰ ਦਾ ਐਲਾਨ ਕੀਤਾ ਗਿਆ। ਬੈਂਕ ਆਫ ਕੈਨੇਡਾ ਵੱਲੋਂ ਆਪਣੀ ਵਿਆਜ ਦਰ 0.25% ਹੀ ਰੱਖੀ ਜਾਵੇਗੀ। ਕਿਹਾ ਜਾ ਰਿਹਾ ਹੈ ਕਿ 2023 ਤੱਕ ਇਹੀ ਇੰਟਰਸਟ ਰੇਟ ਰੱਖਿਆ ਜਾਵੇਗਾ। ਬੈਂਕ ਦੇ ਗਵਰਨਰ ਵੱਲੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਨੇ ਕਿਹਾ ਕਿ ਜਦ ਤੱਕ ਜੋ ਇਕਨੋਮੀ ਦੇ ਉੱਪਰ ਆਰਥਿਕਤਾ ਦੇ ਉੱਪਰ ਅਸਰ ਪਿਆ ਹੈ ਉਸ ਦੇ ਵਿੱਚ ਸੁਧਾਰ ਨਹੀਂ ਆਉਂਦਾ, ਬੈਂਕ ਵੱਲੋਂ ਇਹੀ ਇੰਟਰਸਟ ਰੇਟ ਬਰਕਰਾਰ ਰੱਖਿਆ ਜਾਵੇਗਾ। ਬੈਂਕ ਆਫ ਕੈਨੇਡਾ ਵੱਲੋਂ ਆਪਣਾ ਇੰਟਰਸਟ ਰੇਟ 0.25% ਤੇ ਰੱਖਣ ਦਾ ਫੈਸਲਾ ਕੀਤਾ ਗਿਆ। ਇਸ ਦੀ ਜਾਣਕਾਰੀ ਬੈਂਕ ਦੇ ਗਵਰਨਰ ਟਿਫ ਵੱਲੋਂ ਸਾਂਝੀ ਕੀਤੀ ਗਈ। ਉਹਨਾਂ ਨੇ ਕਿਹਾ ਕਿ ਜਦੋਂ ਤੱਕ ਇਕਨੋਮੀ ਦੇ ਵਿੱਚ ਸੁਧਾਰ ਨਹੀਂ ਨਜ਼ਰ ਆਉਂਦਾ ਉਦੋਂ ਤੱਕ ਇੰਟਰਸਟ ਰੇਟ ਦੇ ਵਿੱਚ ਬਦਲਾਵ ਨਹੀਂ ਕੀਤਾ ਜਾਵੇਗਾ। ਸੈਂਟਰਲ ਬੈਂਕ ਆਫ ਕੈਨੇਡਾ ਵੱਲੋਂ ਜੋ ਬਿਆਨ ਜਾਰੀ ਕੀਤਾ ਗਿਆ ਉਸ ਦੇ ਵਿੱਚ ਕਿਹਾ ਗਿਆ ਕਿ 2021 ਦੇ ਪਹਿਲੇ ਕੁਆਰਟਰ ਦੇ ਵਿੱਚ ਆਰਥਿਕ ਵਿਕਾਸ ਜਾਣੀ ਕਿ ਇਕਨੋਮਿਕ ਡਿਵੈਲਪਮੈਂਟ ਦੀ ਉਮੀਦ ਕੀਤੀ ਜਾ ਰਹੀ ਹੈ। ਬੈਂਕ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸੁਧਾਰ ਕੰਜ਼ਿਊਮਰ ਅਤੇ ਬਿਜ਼ਨਸ ਵੱਲੋਂ ਕੋਵਿਡ-19 ਸੰਬੰਧੀ ਪਾਬੰਦੀਆਂ ਦੇ ਮੁਤਾਬਕ ਆਪਣੇ ਆਪ ਨੂੰ ਅਡੈਪਟ ਕਰਨ ਦੇ ਨਾਲ ਹੋਵੇਗਾ। ਬੈਂਕ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ਉਮੀਦ ਨਾਲੋਂ ਵੱਧ ਮਜ਼ਬੂਤ ਹਾਊਸਿੰਗ ਮਾਰਕੀਟ ਦੇ ਨਾਲ ਵੀ ਸਾਲ ਦੇ ਪਹਿਲੇ 3 ਮਹੀਨੇ ਦੌਰਾਨ ਅਸਲ ਕੁੱਲ ਡੋਮੈਸਟਿਕ ਪ੍ਰੋਡਕਟਸ ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਦੇ ਨਾਲ ਹੀ ਸੈਂਟਰਲ ਬੈਂਕ ਵੱਲੋਂ ਪੈਂਡੈਮਿਕ ਦੇ ਕਾਰਨ ਅਨਸਰਟੇਨਿਟੀ ਦੀ ਚੇਤਾਵਨੀ ਵੀ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਪੈਂਡੈਮਿਕ ਦਾ ਅਸਰ ਆਰਥਿਕਤਾ ਦੇ ਉੱਪਰ ਲੰਬੇ ਸਮੇਂ ਤੱਕ ਰਹਿਣ ਵਾਲਾ ਹੈ। ਬੈਂਕ ਦੇ ਮੁਤਾਬਕ ਉਹਨਾਂ ਦੀ ਮੇਜਰ ਪਾਲਿਸੀ ਰੇਟ ਆਰਥਿਕ ਸੁਧਾਰ ਤੱਕ 0.25% ਹੀ ਰਹੇਗੀ, ਜਾਣੀ ਕਿ ਇੰਨਾ ਇੰਟਰਸਟ ਰੇਟ ਹੀ ਬਰਕਰਾਰ ਰੱਖਿਆ ਜਾਵੇਗਾ, ਜਿਸ ਦਾ ਸਾਫ਼ ਸ਼ਬਦਾਂ ਦੇ ਵਿੱਚ ਮਤਲਬ ਹੈ ਕਿ 2023 ਤੱਕ ਬੈਂਕ ਵੱਲੋਂ ਇੰਟਰਸਟ ਰੇਟ 0.25% ਰੱਖਣ ਦਾ ਫੈਸਲਾ ਕੀਤਾ ਗਿਆ। ਬਰੈਂਪਟਨ ਦੇ ਕ੍ਰੈਮੇਟੋਰੀਅਨ ਅਤੇ ਵਿਜ਼ਿਟੇਸ਼ਨ ਸੈਂਟਰ ਨੂੰ ਬੰਦ ਕਰ ਦਿੱਤਾ ਗਿਆ ਹੈ। ਉਹ ਇਸ ਕਰਕੇ ਕਿਉਂਕਿ ਇੱਥੇ 5 ਜਣਿਆਂ ਦੇ ਇਕੱਠ ਦੀ ਇਜਾਜ਼ਤ ਹੈ, ਪਰ ਇਸ ਦੇ ਬਾਵਜੂਦ ਵੀ 60 ਜਣਿਆਂ ਦਾ ਇਕੱਠ ਕੀਤਾ ਗਿਆ। ਇਸੇ ਦੇ ਚੱਲਦਿਆਂ ਜੋ ਪੰਜਾਬੀ ਮੈਨੇਜਰ ਹੈ ਉਸ ਦਾ ਲਾਇਸੈਂਸ ਵੀ ਕੁਝ ਦਿਨਾਂ ਦੇ ਵਾਸਤੇ ਸਸਪੈਂਡ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਇਸ ਖਬਰ ਦੇ ਵਿੱਚ ਇਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ, ਜਾਣੀ ਕਿ ਕੈਨੇਡਾ ਦੇ ਵਿੱਚ ਕੀ ਹਨ ਕੋਰੋਨਾ ਵਾਇਰਸ ਦੇ ਹਾਲਾਤ। ਬਰੈਂਪਟਨ ਦੇ ਕ੍ਰੈਮੇਟੋਰੀਅਮ ਅਤੇ ਵਿਜ਼ਿਟੇਸ਼ਨ ਸੈਂਟਰ ਨੂੰ 15 ਦਿਨਾਂ ਦੇ ਵਾਸਤੇ ਬੰਦ ਕਰ ਦਿੱਤਾ ਗਿਆ। ਇੱਥੇ ਜ਼ਰੂਰਤ ਤੋਂ ਜ਼ਿਆਦਾ ਇਕੱਠ ਕੀਤਾ ਗਿਆ ਸੀ। ਇਸ ਦੋਸ਼ ਦੇ ਚੱਲਦਿਆਂ ਬਰੈਂਪਟਨ ਕ੍ਰੈਮੇਟੋਰੀਅਮ ਅਤੇ ਵਿਜ਼ਿਟੇਸ਼ਨ ਸੈਂਟਰ ਦੇ ਨਾਲ ਸੰਬੰਧਿਤ ਮੈਨੇਜਰ ਪੁਨੀਤ ਸਿੰਘ ਔਜਲਾ ਦਾ ਲਾਇਸੈਂਸ ਸਸਪੈਂਡ ਕਰ ਦਿੱਤਾ ਗਿਆ। ਦੱਸਿਏ ਕਿ ਪੁਨੀਤ ਸਿੰਘ ਔਜਲਾ ਦਾ ਲਾਇਸੈਂਸ 15 ਦਿਨਾਂ ਦੇ ਵਾਸਤੇ ਸਸਪੈਂਡ ਕੀਤਾ ਗਿਆ ਹੈ। ਪਿਛਲੇ ਦਿਨੀ ਜੋ ਇੱਥੇ ਅੰਤਿਮ ਰਸਮਾਂ ਕੀਤੀਆਂ ਗਈਆਂ, ਇਸ ਮੌਕੇ ਤੇ ਲੋੜ ਤੋਂ ਜ਼ਿਆਦਾ ਲੋਕ ਇਕੱਠੇ ਹੋਏ ਸਨ। ਜੋ ਇਸ ਸਮੇਂ ਤਾਜ਼ਾ ਕੋਵਿਡ-19 ਦੀਆਂ ਪਾਬੰਦੀਆਂ ਲੱਗੀਆਂ ਗਈਆਂ ਉਸ ਦੇ ਮੁਤਾਬਕ ਸਿਰਫ 5 ਜਾਣਿਆਂ ਦੀ ਹੀ ਇਜਾਜ਼ਤ ਦਿੱਤੀ ਗਈ ਹੈ, ਪਰ ਇੱਥੇ 60 ਤੋਂ ਵੱਧ ਜਾਣਿਆਂ ਦਾ ਇਕੱਠ ਹੋਇਆ ਸੀ। ਅਸੀਂ ਇਹ ਕਿ ਹੁਣ ਇਹ ਕ੍ਰੈਮੇਟੋਰੀਅਮ ਅਤੇ ਵਿਜ਼ਿਟੇਸ਼ਨ ਸੈਂਟਰ ਮਾਰਚ ਦੇ ਆਖਿਰ ਤੱਕ ਬੰਦ ਰਹੇਗਾ। ਹੁਣ ਤੁਹਾਨੂੰ ਦੱਸਦੇ ਹਾਂ ਕਿ ਕੈਨੇਡਾ ਦੇ ਵਿੱਚ ਇਸ ਸਮੇਂ ਕੋਵਿਡ-19 ਦੇ ਕੀ ਹਾਲਾਤ ਨੇ, ਜਾਣੀ ਕਿ ਕਿਸ ਪ੍ਰੋਵਿੰਸ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। 24 ਘੰਟਿਆਂ ਦੌਰਾਨ ਓਨਟਾਰੀਓ ਦੇ ਵਿੱਚ 1300 ਨਵੇਂ ਇਨਫੈਕਸ਼ਨ ਮਾਮਲੇ ਪਾਏ ਗਏ। ਇਸ ਦੇ ਨਾਲ ਹੀ 16 ਮੌਤਾਂ ਦਰਜ ਕੀਤੀਆਂ ਗਈਆਂ। ਟੋਰਾਂਟੋ ਤੋਂ 428, ਪੀਲ ਰੀਜਨ ਤੋਂ 244, ਯਾਰਕ ਰੀਜਨ ਤੋਂ 149, ਥੰਡਰ ਬੇ ਤੋਂ 67, ਓਟਵਾ ਤੋਂ 59 ਮਾਮਲਿਆਂ ਦੀ ਪੁਸ਼ਟੀ ਹੋਈ ਹੈ। 24 ਘੰਟਿਆਂ ਦੌਰਾਨ ਹੋਈਆਂ 16 ਮੌਤਾਂ ਤੋਂ ਬਾਅਦ ਹੁਣ ਤੱਕ ਦਾ ਇੱਥੇ ਮੌਤਾਂ ਦਾ ਅੰਕੜਾ 7099 ਤੇ ਪਹੁੰਚ ਗਿਆ। ਓਨਟਾਰੀਓ ਦੇ ਵਿੱਚ ਇਸ ਸਮੇਂ 11311 ਦੇ ਕਰੀਬ ਐਕਟਿਵ ਮਾਮਲੇ ਹਨ। 2,94,018 ਦੇ ਕਰੀਬ ਇੱਥੇ ਰਿਕਵਰਡ ਕੇਸ ਹਨ।
678 ਦੇ ਕਰੀਬ ਇਸ ਸਮੇਂ ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਹੈ, ਜਿਨ੍ਹਾਂ ਵਿੱਚੋਂ 281 ਇੰਟੈਂਸਿਵ ਕੇਅਰ ਅਧੀਨ ਅਤੇ 178 ICU ਦੇ ਵਿੱਚ ਵੈਂਟੀਲੇਟਰ ਦੇ ਨੇ। ਕਿਊਬੈਕ ਤੋਂ 792 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਅਤੇ 24 ਘੰਟਿਆਂ ਦੌਰਾਨ 10 ਮੌਤਾਂ ਰਿਕਾਰਡ ਕੀਤੀਆਂ ਗਈਆਂ। ਹੁਣ ਤੱਕ ਇੱਥੇ 2,94,652 ਦੇ ਕਰੀਬ ਕਨਫਰਮਡ ਕੇਸ ਹਨ ਅਤੇ ਹੁਣ ਤੱਕ 10,503 ਦੇ ਕਰੀਬ ਜਾਨਾਂ ਇਸ ਵਾਇਰਸ ਦੇ ਕਰਕੇ ਜਾ ਚੁੱਕੀਆਂ ਨੇ। ਹਸਪਤਾਲ ਦੇ ਵਿੱਚ 581 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 112 ਇੰਟੈਂਸਿਵ ਕੇਅਰ ਅਧੀਨ ਹਨ। 24 ਘੰਟਿਆਂ ਦੌਰਾਨ ਇੱਥੇ 18,101 ਡੋਜ਼ਸ ਵੈਕਸੀਨ ਦੀਆਂ ਦਿੱਤੀਆਂ ਗਈਆਂ। ਮੈਨੀਟੋਬਾ ਤੋਂ 77 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਅਤੇ ਇੱਕ ਮੌਤ ਇਸ ਵਾਇਰਸ ਦੇ ਕਾਰਨ ਦਰਜ ਕੀਤੀ ਗਈ। ਕੈਨੇਡਾ ਦੇ ਵਿੱਚ ਹੁਣ ਤੱਕ 8,96,000 ਕੋਵਿਡ ਪੋਜ਼ਿਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। 22,332 ਦੇ ਕਰੀਬ ਜਾਨਾਂ ਜਾ ਚੁੱਕੀਆਂ ਨੇ। 8,43,000 ਕੈਨੇਡਾ ਦੇ ਵਿੱਚ ਰਿਕਵਰਡ ਕੇਸ ਹਨ। ਮੈਟਰੋ ਵੈਂਕੂਵਰ ਦੇ ਵਿੱਚ ਗੈਸ ਦੀਆਂ ਕੀਮਤਾਂ ਵਧਦੀਆਂ ਜਾ ਰਹੀਆਂ ਨੇ। ਇਸ ਸਮੇਂ ਮੌਜੂਦਾ ਜੇਕਰ ਰੇਟ ਦੀ ਗੱਲ ਕਰੀਏ ਤਾਂ $1.50 ਪ੍ਰਤੀ ਲੀਟਰ ਇਸ ਸਮੇਂ ਗੈਸ ਦੀ ਕੀਮਤ ਹੈ। ਇੱਥੇ ਹੋਰ ਵੀ ਬਾਕੀ ਹਿੱਸਿਆਂ ਦੇ ਵਿੱਚ ਫਿਊਲ ਦੀ ਕੀਮਤ ਵਧ ਰਹੀ ਹੈ। ਇਸ ਦੇ ਪਿੱਛੇ 3 ਵੱਡੇ ਕਾਰਨ ਦੱਸੇ ਜਾ ਰਹੇ ਨੇ। ਕੀ ਨੇ ਉਹ ਕਾਰਨ, ਜਾਣੋ ਇਸ ਖਬਰ ਦੇ ਰਾਹੀਂ। ਮੈਟਰੋ ਵੈਂਕੂਵਰ ਦੇ ਵਿੱਚ ਗੈਸ ਦੀਆਂ ਕੀਮਤਾਂ ਦੇ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ। ਇੱਥੇ ਗੈਸ ਪ੍ਰਾਈਸ $1.50 ਪ੍ਰਤੀ ਲੀਟਰ ਦੇ ਉੱਪਰ ਪਹੁੰਚ ਗਿਆ ਹੈ। ਜ਼ਿਕਰਯੋਗ ਹੈ ਕਿ ਕੋਵਿਡ ਪੈਂਡੇਮਿਕ ਤੋਂ ਪਹਿਲਾਂ ਕਦੇ ਵੀ ਗੈਸ ਦੇ ਰੇਟ ਇੰਨੇ ਜ਼ਿਆਦਾ ਨਹੀਂ ਸਨ। ਪਿਛਲੇ ਸਾਲ ਫਿਊਲ ਦੀ ਕੀਮਤ 1 ਲੀਟਰ ਦੇ ਲਈ ਡਾਲਰ ਤੋਂ ਵੀ ਘੱਟ ਸੀ, ਪਰ ਹੁਣ ਇਹ ਕੀਮਤਾਂ ਵਧਦੀਆਂ ਹੀ ਜਾ ਰਹੀਆਂ ਹਨ। ਮੈਟਰੋ ਵੈਂਕੂਵਰ ਦੇ ਪੰਪਸ ਦੇ ਉੱਪਰ ਇਸ ਸਮੇਂ ਗੈਸ ਦੀ ਕੀਮਤ $1.50 ਪ੍ਰਤੀ ਲੀਟਰ ਹੈ। ਇਹ ਕੀਮਤ ਬਰਨਵੀ, ਸਰੀ, ਮੇਪਲ ਰਿਜ ਅਤੇ ਲੈਂਗਲੀ ਦੇ ਸਟੇਸ਼ਨਾਂ ਦੇ ਉੱਪਰ ਵੀ ਦੇਖਣ ਨੂੰ ਮਿਲ ਰਹੀ ਹੈ। ਇਸ ਦੀ ਜਾਣਕਾਰੀ gasbuddy.com ਦੇ ਉੱਪਰ ਮਿਲ ਰਹੀ ਹੈ। ਫਰੇਜ਼ਰ ਵੈਲੀ ਦੇ ਕੁਝ ਹਿੱਸਿਆਂ ਦੇ ਵਿੱਚ ਗੈਸ ਰੇਟ ਘੱਟ ਹਨ। ਐਪਸਫੋਰਡ ਦੇ ਵਿੱਚ ਇਸ ਸਮੇਂ ਗੈਸ $1.37 ਪਰ ਲੀਟਰ ਦੇ ਉੱਪਰ ਮਿਲ ਰਹੀ ਹੈ। ਇਹ ਜੋ ਕੀਮਤਾਂ ਦੇ ਵਿੱਚ ਵਾਧਾ ਹੋਇਆ ਹੈ, ਇਸ ਦੇ ਪਿੱਛੇ 3 ਕਾਰਨ ਦੱਸੇ ਜਾ ਰਹੇ ਨੇ। ਪਹਿਲਾ, US ਦੀ ਫਿਊਲ ਦੇ ਲਈ ਵੱਧ ਰਹੀ ਡਿਮਾਂਡ। ਦੂਸਰੀ, ਟੈਕਸਸ ਦੀ ਆਇਲ ਇੰਡਸਟਰੀ ਨੂੰ ਡੀਪ ਫ੍ਰੀਜ਼ ਅਜੇ ਵੀ ਅਫੈਕਟ ਕਰ ਰਿਹਾ ਹੈ। ਅਤੇ ਤੀਸਰਾ ਕਾਰਨ ਹੈ ਪੈਟਰੋਲੀਅਮ ਐਕਸਪੋਰਟਿੰਗ ਆਰਗੇਨਾਈਜੇਸ਼ਨ ਨੇ ਗਲੋਬਲ ਆਊਟਪੁੱਟ ਨਹੀਂ ਵਧਾਇਆ। ਕੈਨੇਡਾ ਦੀ ਅਫੋਰਡੇਬਲ ਐਨਰਜੀ ਦੇ ਪ੍ਰੈਜ਼ੀਡੈਂਟ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕੀਮਤਾਂ ਹੋਰ ਵੱਧ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅਪ੍ਰੈਲ ਦੇ ਵਿੱਚ ਗੈਸ $1.60 ਪਰ ਲੀਟਰ ਹੋ ਸਕਦੀ ਹੈ। ਕੈਨੇਡਾ ਦੇ ਵਿੱਚ ਆਉਣ ਵਾਲੇ ਪ੍ਰਵਾਸੀਆਂ ਦੀ ਪਹਿਲੀ ਪਸੰਦ ਇੱਥੋਂ ਦੇ ਛੋਟੇ-ਛੋਟੇ ਸ਼ਹਿਰ ਹਨ। ਟੋਰਾਂਟੋ ਸਭ ਤੋਂ ਜ਼ਿਆਦਾ ਪਸੰਦੀਦਾ ਸ਼ਹਿਰ ਹੈ ਆਉਣ ਵਾਲੇ ਪ੍ਰਵਾਸੀਆਂ ਦੇ ਵਾਸਤੇ। ਜੇਕਰ ਅਸੀਂ ਕੈਨੇਡਾ ਦੇ ਵੱਡੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਘੱਟ ਇਮੀਗ੍ਰੈਂਟਸ ਦਾ ਉਤਸ਼ਾਹ ਦੇਖਿਆ ਜਾ ਰਿਹਾ ਹੈ ਆਉਣ ਦੇ ਵਾਸਤੇ, ਪਰ ਛੋਟੇ ਸ਼ਹਿਰਾਂ ਦੀ ਜੇਕਰ ਗੱਲ ਕਰੀਏ ਜਿਸ ਦੇ ਵਿੱਚ ਟੋਰਾਂਟੋ, ਵੈਂਕੂਵਰ ਸ਼ਾਮਿਲ ਹੈ, ਉੱਥੇ ਜ਼ਿਆਦਾ ਤੋਂ ਜ਼ਿਆਦਾ ਇਮੀਗ੍ਰੈਂਟਸ ਆਉਣਾ ਚਾਹੁੰਦੇ ਹਨ। ਕੈਨੇਡਾ ਆਉਣ ਵਾਲੇ ਇਮੀਗ੍ਰੈਂਟਸ ਨੂੰ ਕੈਨੇਡਾ ਦੇ ਛੋਟੇ ਸ਼ਹਿਰ ਕਾਫੀ ਜ਼ਿਆਦਾ ਆਕਰਸ਼ਿਤ ਕਰ ਰਹੇ ਹਨ। ਟੋਰਾਂਟੋ, ਮੌਂਟਰੀਅਲ, ਕੈਲਗਰੀ ਅਤੇ ਵੈਂਕੂਵਰ ਆਉਣ ਦੇ ਵਿੱਚ ਪ੍ਰਵਾਸੀਆਂ ਦੀ ਕਾਫੀ ਦਿਲਚਸਪੀ ਨਜ਼ਰ ਆ ਰਹੀ ਹੈ। 2013 ਤੋਂ 2019 ਦੇ ਵਿਚਕਾਰ 45% ਵੱਧ ਪ੍ਰਵਾਸੀ ਇਹਨਾਂ ਛੋਟੇ ਸ਼ਹਿਰਾਂ ਦੇ ਵਿੱਚ ਆ ਕੇ ਵਸੇ, ਜੋ ਕਿ ਕੈਨੇਡਾ ਦੇ ਵੱਡੇ ਸ਼ਹਿਰਾਂ ਦੀ ਗਿਣਤੀ 9% ਸੀ। ਟੋਰਾਂਟੋ ਦੇ ਵਿੱਚ ਸਭ ਤੋਂ ਵੱਧ ਇਮੀਗ੍ਰੇਸ਼ਨ ਰੇਟ ਹੈ, ਜੋ ਕਿ 1000 ਰੈਜ਼ੀਡੈਂਟਸ ਦੇ ਮੁਕਾਬਲੇ 163 ਦਾ ਹੈ। ਵੈਂਕੂਵਰ ਦੇ ਵਿੱਚ ਇਹ 1000 ਰੈਜ਼ੀਡੈਂਟਸ ਦੇ ਮੁਕਾਬਲੇ 128 ਅੰਕੜਾ ਹੈ। ਬਹੁਤ ਸਾਰੇ ਸ਼ਹਿਰਾਂ ਦੀ ਨੈਚੁਰਲ ਪੋਪੂਲੇਸ਼ਨ ਘਟ ਰਹੀ ਹੈ, ਜਿਸ ਦਾ ਸਾਫ਼ ਸ਼ਬਦਾਂ ਦੇ ਵਿੱਚ ਮਤਲਬ ਹੈ ਕਿ ਜਨਮ ਦੇ ਮੁਕਾਬਲੇ ਵੱਧ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਨੇ। ਦੱਸੀਏ ਕਿ ਕੋਵਿਡ ਦੇ ਕਰਕੇ ਇਮੀਗ੍ਰੈਂਟਸ ਦੀ ਗਿਣਤੀ ਕਾਫੀ ਜ਼ਿਆਦਾ ਘਟੀ ਹੈ, ਕਿਉਂਕਿ ਪਿਛਲੇ ਸਾਲ ਮਾਰਚ ਮਹੀਨੇ ਤੋਂ ਹੀ ਇੱਥੇ ਕਈ ਤਰ੍ਹਾਂ ਦੀਆਂ ਟਰੈਵਲ ਰਿਸਟ੍ਰਿਕਸ਼ਨਸ ਕੋਰੋਨਾ ਵਾਇਰਸ ਦੇ ਕਰਕੇ ਲਗਾਈਆਂ ਗਈਆਂ, ਜਿਸ ਦੇ ਕਰਕੇ ਕੈਨੇਡਾ ਦੇ ਵਿੱਚ ਕਾਫੀ ਜ਼ਿਆਦਾ ਘੱਟ ਪ੍ਰਵਾਸੀ ਆਏ ਨੇ। ਦੱਸ ਦਈਏ ਕਿ ਜੋ ਪਾਬੰਦੀਆਂ ਲਗਾਈਆਂ ਗਈਆਂ ਉਸ ਦੇ ਵਿੱਚ ਕਈ ਅਜਿਹੇ ਲੋਕ ਹਨ ਜਿਸ ਦੇ ਵਿੱਚ ਸਟੂਡੈਂਟਸ ਵੀ ਸ਼ਾਮਲ ਨੇ, ਜਿਨ੍ਹਾਂ ਨੂੰ ਰਿਸਟ੍ਰਿਕਸ਼ਨਸ ਤੋਂ ਬਾਹਰ ਰੱਖਿਆ ਗਿਆ, ਜਾਣੀ ਕਿ ਐਗਜ਼ੈਂਪਟ ਕੀਤਾ ਗਿਆ। 2009 ਤੋਂ 2019 ਦੇ ਵਿਚਕਾਰ ਕੈਨੇਡਾ ਦੀ ਵਰਕਫੋਰਸ 1.95 ਮਿਲੀਅਨ ਦੇ ਨਾਲ ਵਧੀ ਹੈ ਅਤੇ ਇਸ ਦੇ ਵਿੱਚ ਜ਼ਿਆਦਾਤਰ ਗਿਣਤੀ ਇਮੀਗ੍ਰੈਂਟਸ ਦੀ ਹੈ। ਕਿਊਬੈਕ ਵੱਲੋਂ ਆਪਣੇ ਨਵੇਂ ਵੈਕਸੀਨੇਸ਼ਨ ਪਲਾਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਦੇ ਤਹਿਤ ਆਮ ਲੋਕਾਂ ਨੂੰ ਹੁਣ ਇੱਥੇ ਟੀਕਾ ਲਗਾਇਆ ਜਾਏਗਾ। ਆਨਲਾਈਨ ਬੁਕਿੰਗ ਕਰਵਾਈ ਜਾ ਸਕਦੀ ਹੈ, ਪਰ ਜੇਕਰ ਤੁਹਾਡੇ ਕੋਲ ਇੰਟਰਨੈਟ ਦੀ ਸੁਵਿਧਾ ਨਹੀਂ ਹੈ, ਇਸ ਦੇ ਵਾਸਤੇ ਨੰਬਰ ਵੀ ਜਾਰੀ ਕੀਤਾ ਗਿਆ, ਜਿਸ ਦੇ ਉੱਪਰ ਤੁਸੀਂ ਆਪਣੀ ਅਪਾਇੰਟਮੈਂਟ ਫਿਕਸ ਕਰ ਸਕਦੇ ਹੋ। ਬਾਕੀ ਸਾਰੀ ਡਿਟੇਲ ਜਾਣੋ ਇਸ ਖਬਰ ਦੇ ਰਾਹੀਂ। ਕਿਊਬੈਕ ਦੇ ਵਿੱਚ ਮਾਸ ਕੋਵਿਡ-19 ਵੈਕਸੀਨੇਸ਼ਨ ਨੂੰ ਐਕਸਪੈਂਡ ਕੀਤਾ ਜਾ ਰਿਹਾ ਹੈ। ਪ੍ਰੋਵਿੰਸ ਦੇ ਵਿੱਚ 70 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਕੋਵਿਡ-19 ਵੈਕਸੀਨ ਸ਼ਾਟ ਲਗਾਏ ਜਾਣਗੇ।
ਹੈਲਥ ਮਿਨਿਸਟਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਦਾ ਟੀਚਾ ਹੈ ਕਿ ਇਸ ਹਫ਼ਤੇ 65 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਲਈ ਵੀ ਰਜਿਸਟ੍ਰੇਸ਼ਨ ਖੋਲ੍ਹ ਦਿੱਤੀ ਜਾਵੇ ਤਾਂ ਕਿ ਉਹ ਵੀ ਕੋਵਿਡ-19 ਵੈਕਸੀਨ ਦੇ ਵਾਸਤੇ ਅਪਾਇੰਟਮੈਂਟ ਲੈ ਸਕਣ। ਜ਼ਿਕਰਯੋਗ ਹੈ ਕਿ ਦਸੰਬਰ ਮਹੀਨੇ ਤੋਂ ਲੈ ਕੇ ਹੁਣ ਤੱਕ ਕਿਊਬੈਕ ਨੂੰ 5,81,028 ਡੋਜ਼ਸ ਮਿਲ ਚੁੱਕੀਆਂ ਹਨ। ਪਹਿਲੇ ਸਟੇਜ ਦੇ ਵਿੱਚ ਲੌਂਗ ਟਰਮ ਕੇਅਰ ਹੋਮ ਰੈਜ਼ੀਡੈਂਟਸ ਅਤੇ ਸੀਨੀਅਰਸ ਨੂੰ ਪਹਿਲ ਦੇ ਆਧਾਰ ਦੇ ਉੱਪਰ ਕੋਵਿਡ ਸ਼ਾਟਸ ਲਗਾਏ ਗਏ। ਇਸ ਦੇ ਨਾਲ ਹੀ ਹੈਲਥ ਕੇਅਰ ਵਰਕਰਸ ਅਤੇ ਫਰੰਟਲਾਈਨ ਵਰਕਰਸ ਨੂੰ ਕੋਵਿਡ-19 ਵੈਕਸੀਨ ਲਗਾਉਣ ਦਾ ਟੀਚਾ ਰੱਖਿਆ ਗਿਆ ਸੀ। ਫਰਵਰੀ ਮਹੀਨੇ ਦੇ ਵਿੱਚ ਐਲਾਨ ਕੀਤਾ ਗਿਆ ਕਿ ਕਿਊਬੈਕ ਦੇ ਵਿੱਚ ਹੁਣ ਆਮ ਲੋਕਾਂ ਨੂੰ ਕੋਵਿਡ-19 ਵੈਕਸੀਨ ਲਗਾਉਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜਿਹੜੇ ਫਸਟ ਸ਼ਾਟ ਦੇ ਵਾਸਤੇ ਐਲੀਜੀਬਲ ਹਨ ਉਹ ਆਨਲਾਈਨ ਅਪਾਇੰਟਮੈਂਟ ਫਿਕਸ ਕਰ ਸਕਦੇ ਨੇ। ਪ੍ਰੋਵਿੰਸ ਦੀ ਰਜਿਸਟ੍ਰੇਸ਼ਨ ਵੈਬਸਾਈਟ ਦੇ ਉੱਪਰ ਅਪਾਇੰਟਮੈਂਟ ਬੁੱਕ ਕੀਤੀ ਜਾ ਸਕਦੀ ਹੈ। ਜਿਨ੍ਹਾਂ ਕੋਲ ਇੰਟਰਨੈਟ ਦੀ ਸੁਵਿਧਾ ਨਹੀਂ ਹੈ ਉਹ 1877-644-4545 ਤੇ ਕਾਲ ਕਰਕੇ ਵੀ ਟੀਕੇ ਦੇ ਵਾਸਤੇ ਆਪਣਾ ਨੰਬਰ ਲਗਵਾ ਸਕਦੇ ਹਨ। ਦੱਸ ਦਈਏ ਕਿ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 6 ਵਜੇ ਤੱਕ ਬੁਕਿੰਗ ਕੀਤੀ ਜਾ ਸਕਦੀ ਹੈ। ਵੀਕਐਂਡ ਦੇ ਉੱਪਰ ਸਵੇਰੇ 8:30 ਤੋਂ ਲੈ ਕੇ 4:30 ਵਜੇ ਤੱਕ ਦਾ ਸਮਾਂ ਰੱਖਿਆ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਵੱਲੋਂ ਆਪਣੇ ਨਵੇਂ PNP ਡਰਾਅ ਦਾ ਐਲਾਨ ਕੀਤਾ ਗਿਆ। ਇਸ ਟੈਕ ਡਰਾਅ ਦੇ ਅਧੀਨ 95 ਸੱਦੇ ਜਾਰੀ ਕੀਤੇ ਗਏ। 2021 ਦੇ ਵਿੱਚ ਜਾਣੀ ਹੁਣ ਤੱਕ ਬ੍ਰਿਟਿਸ਼ ਕੋਲੰਬੀਆ ਵੱਲੋਂ 12 ਡਰਾਅ ਕੱਢੇ ਜਾ ਚੁੱਕੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਡਰਾਅ ਕੱਢੇ ਜਾਣਗੇ ਅਤੇ ਜ਼ਿਆਦਾ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਜਾਣਗੇ। ਬ੍ਰਿਟਿਸ਼ ਕੋਲੰਬੀਆ ਵੱਲੋਂ ਨਵੇਂ PNP ਡਰਾਅ ਦਾ ਐਲਾਨ ਕੀਤਾ ਗਿਆ। ਇਸ ਟੈਕ ਡਰਾਅ ਦੇ ਤਹਿਤ 95 ਸੱਦੇ ਜਾਰੀ ਕੀਤੇ ਗਏ। ਇਹ ਡਰਾਅ ਮਾਰਚ 9 ਨੂੰ ਕੱਢਿਆ ਗਿਆ। ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਵੱਲੋਂ ਐਕਸਪ੍ਰੈਸ ਐਂਟਰੀ ਬ੍ਰਿਟਿਸ਼ ਕੋਲੰਬੀਆ ਅਤੇ ਸਕਿੱਲਜ਼ ਇਮੀਗ੍ਰੇਸ਼ਨ ਕੈਟੇਗਰੀਜ਼ ਦੇ ਅਧੀਨ ਕੈਂਡੀਡੇਟਸ ਨੂੰ ਇਨਵਾਈਟ ਜਾਰੀ ਕੀਤੇ ਗਏ। ਸਿਲੈਕਟਡ ਕੈਂਡੀਡੇਟਸ ਜਾਣੀ ਕਿ ਚੁਣੇ ਹੋਏ ਉਮੀਦਵਾਰਾਂ ਨੂੰ ਸਕਿੱਲਡ ਵਰਕਰਸ ਅਤੇ ਇੰਟਰਨੈਸ਼ਨਲ ਗ੍ਰੈਜੂਏਟ ਸਬ ਕੈਟੇਗਰੀ ਦੇ ਅਧੀਨ ਘੱਟੋ-ਘੱਟ 80 ਸਕੋਰਸ ਦੀ ਜ਼ਰੂਰਤ ਸੀ। ਹੁਣ ਤੱਕ 2021 ਦੇ ਦੌਰਾਨ ਪ੍ਰੋਵਿੰਸ ਵੱਲੋਂ 12 ਡਰਾਅ ਕੱਢੇ ਜਾ ਚੁੱਕੇ ਹਨ। ਹੁਣ ਤੱਕ ਜਿਹੜੇ ਵੀ ਡਰਾਅ ਕੱਢੇ ਗਏ ਹਨ ਉਸ ਦੇ ਅਧੀਨ 1926 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਜਾ ਚੁੱਕੇ ਨੇ। ਜਿਹੜੇ ਉਮੀਦਵਾਰਾਂ ਨੂੰ ਇਨਵੀਟੇਸ਼ਨ ਮਿਲੇ ਹਨ ਉਹਨਾਂ ਕੋਲ ਨੋਮੀਨੇਸ਼ਨ ਵਾਸਤੇ ਅਪਲਾਈ ਕਰਨ ਦੇ ਲਈ 30 ਦਿਨ ਦਾ ਸਮਾਂ ਹੈ। ਦੱਸੀਏ ਕਿ ਕੈਨੇਡਾ ਵੱਲੋਂ 2021 ਤੋਂ ਲੈ ਕੇ 2023 ਤੱਕ ਜਿਹੜਾ ਇਮੀਗ੍ਰੇਸ਼ਨ ਲੈਵਲਸ ਪਲਾਨ ਐਲਾਨਿਆ ਗਿਆ ਹੈ ਉਸ ਦੇ ਤਹਿਤ ਸਾਲਾਨਾ 4 ਲੱਖ ਤੋਂ ਵੱਧ ਉਮੀਦਵਾਰਾਂ ਦਾ ਸਵਾਗਤ ਕਰਨ ਦਾ ਟੀਚਾ ਰੱਖਿਆ ਗਿਆ ਹੈ। ਅਜਿਹੇ ਦੇ ਵਿੱਚ ਕੈਨੇਡਾ ਵੱਲੋਂ ਇੱਕ ਐਕਸਪ੍ਰੈਸ ਐਂਟਰੀ ਡਰਾਅ ਕੱਢਿਆ ਗਿਆ ਸੀ ਜਿਸ ਦੇ ਤਹਿਤ ਇੱਕੋ ਵਾਰ ਦੇ ਵਿੱਚ 27,332 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਅਤੇ ਹੁਣ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਅਜਿਹਾ ਹੀ ਇੱਕ ਸਰਪ੍ਰਾਈਜ਼ ਦਿੱਤਾ ਜਾ ਸਕਦਾ ਹੈ ਕਿਉਂਕਿ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਇਸ ਦੇ ਸੰਕੇਤ ਸਮੇਂ-ਸਮੇਂ ਦੇ ਉੱਪਰ ਦਿੱਤੇ ਗਏ ਨੇ ਕਿ ਉਹਨਾਂ ਵੱਲੋਂ ਜਿਨ੍ਹਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਜਾਣਗੇ ਉਹ ਕੈਨੇਡਾ ਦੇ ਵਿੱਚ ਹੀ ਰਹਿ ਰਹੇ ਹਨ, ਜਿਸ ਦਾ ਸੰਕੇਤ ਹੈ ਕਿ ਹੁਣ ਇੱਕ ਵੱਡਾ ਸਰਪ੍ਰਾਈਜ਼ ਮਿਲਣ ਵਾਲਾ ਹੈ। ਕੋਵਿਡ-19 ਵਾਇਰਸ ਜਲਦ ਤੋਂ ਜਲਦ ਖਤਮ ਹੋਵੇ, ਆਮ ਵਰਗੇ ਹਾਲਾਤ ਹੋਣ, ਹਰ ਕੋਈ ਇਹੀ ਚਾਹੁੰਦਾ ਹੈ। ਪਰ ਕੈਨੇਡਾ ਦੇ ਵਿੱਚ ਇੱਕ ਪੋਲ ਕਰਵਾਇਆ ਗਿਆ ਜਿਸ ਦੇ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਕਿ ਬਹੁਤ ਸਾਰੇ ਅਜਿਹੇ ਕੈਨੇਡੀਅਨਸ ਹਨ ਜਿਨ੍ਹਾਂ ਨੂੰ ਲੱਗਦਾ ਹੈ ਕਿ 2022 ਤੋਂ ਪਹਿਲਾਂ ਹਾਲਾਤ ਇੱਥੇ ਆਮ ਵਾਂਗ ਨਹੀਂ ਹੋਣਗੇ। ਇੰਨਾ ਹੀ ਨਹੀਂ 7% ਲੋਕ ਅਜਿਹੇ ਹਨ ਜਿਨ੍ਹਾਂ ਨੂੰ ਤਾਂ ਲੱਗਦਾ ਹੈ ਕਿ ਕੋਵਿਡ-19 ਜਿਹੜਾ ਹੈ ਉਹ ਕਦੀ ਵੀ ਨਹੀਂ ਜਾਵੇਗਾ, ਹਾਲਾਤ ਕੈਨੇਡਾ ਦੇ ਵਿੱਚ ਕਦੇ ਵੀ ਆਮ ਵਾਂਗ ਨਹੀਂ ਹੋਣਗੇ। ਕੈਨੇਡੀਅਨਸ ਨੂੰ ਕੋਵਿਡ-19 ਤੋਂ ਕਦੋਂ ਰਾਹਤ ਮਿਲੇਗੀ ਇਸ ਦੇ ਬਾਰੇ ਵਿੱਚ ਇੱਕ ਪੋਲ ਸਾਹਮਣੇ ਆਇਆ ਹੈ। IPSOS ਪੋਲ ਦੇ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਅਜਿਹੇ ਬਹੁਤ ਸਾਰੇ ਕੈਨੇਡੀਅਨ ਹਨ ਜਿਨ੍ਹਾਂ ਨੂੰ ਨਹੀਂ ਲੱਗਦਾ ਕਿ 2022 ਤੋਂ ਪਹਿਲਾਂ ਕੈਨੇਡਾ ਦੇ ਵਿੱਚ ਨਾਰਮਲ ਹਾਲਾਤ ਹੋਣਗੇ। ਕੈਨੇਡਾ ਦੇ ਵਿੱਚ ਕਈ ਵੈਕਸੀਨ ਇਸ ਸਮੇਂ ਆ ਚੁੱਕੇ ਹਨ। ਲੋਕਾਂ ਨੂੰ ਵੱਧ ਤੋਂ ਵੱਧ ਵੈਕਸੀਨ ਲਗਾਈ ਵੀ ਜਾ ਰਹੀ ਹੈ ਪਰ ਅਜਿਹੇ ਦੇ ਵਿੱਚ ਲੋਕਾਂ ਨੂੰ ਨਹੀਂ ਉਮੀਦ ਕਿ ਉਹ ਜਲਦ ਹੀ ਨਾਰਮਲ ਲਾਈਫ ਨੂੰ ਜੀ ਸਕਣਗੇ। ਇਸ ਦਾ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਮ ਲੋਕਾਂ ਤੱਕ ਜਾਣੀ ਕਿ ਅਡਲਟਸ ਦੇ ਤੱਕ ਕੋਵਿਡ-19 ਵੈਕਸੀਨ ਸਤੰਬਰ ਮਹੀਨੇ ਤੱਕ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਪੋਲ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ 38% ਲੋਕਾਂ ਨੂੰ ਲੱਗਦਾ ਹੈ ਕਿ 2022 ਤੋਂ ਪਹਿਲਾਂ ਨਾਰਮਲ ਹਾਲਾਤ ਨਹੀਂ ਹੋਣਗੇ। 29% ਲੋਕਾਂ ਨੂੰ ਇਹ ਲੱਗਦਾ ਹੈ ਕਿ 2022 ਤੋਂ ਬਾਅਦ ਵੀ ਹਾਲਾਤ ਨਾਰਮਲ ਨਹੀਂ ਹੋਣਗੇ। 17% ਲੋਕ ਅਜਿਹੇ ਹਨ ਜਿਨ੍ਹਾਂ ਦਾ ਮੰਨਣਾ ਹੈ ਕਿ 2023 ਤੱਕ ਹਾਲਾਤ ਆਮ ਵਾਂਗ ਹੋ ਸਕਦੇ ਨੇ। 5% ਦਾ ਕਹਿਣਾ ਹੈ ਕਿ 2024 ਦੇ ਵਿੱਚ ਇਹ ਨਾਰਮਲ ਲਾਈਫ ਵਾਪਸ ਆਵੇਗੀ। 7% ਅਜਿਹੇ ਲੋਕ ਨੇ ਜਿਨ੍ਹਾਂ ਨੇ ਪੋਲ ਦੇ ਰਾਹੀਂ ਇਹ ਦੱਸਿਆ ਕਿ 2025 ਜਾਂ ਫਿਰ ਇਸ ਤੋਂ ਬਾਅਦ ਹੀ ਹਾਲਾਤ ਆਮ ਵਾਂਗ ਹੋ ਸਕਣਗੇ। ਇੰਨਾ ਹੀ ਨਹੀਂ, ਪੋਲ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ 7% ਅਜਿਹੇ ਕੈਨੇਡੀਅਨਸ ਹਨ ਜਿਹੜੇ ਕਹਿੰਦੇ ਨੇ ਕਿ ਹਾਲਾਤ ਨਾਰਮਲ ਕਦੇ ਵੀ ਨਹੀਂ ਹੋਣਗੇ।
ਇੱਥੇ ਦੱਸਣਾ ਬਣਦਾ ਹੈ ਕਿ ਫਰਵਰੀ 26 2021 ਨੂੰ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਜਿਹੜੀ ਥਰਡ ਕੋਰੋਨਾ ਵਾਇਰਸ ਦੀ ਵੇਵ ਹੈ ਉਹ ਨਾਰਮਲ ਜ਼ਿੰਦਗੀ ਨੂੰ ਕਾਫੀ ਜ਼ਿਆਦਾ ਪ੍ਰਭਾਵਿਤ ਹੋਵੇਗੀ, ਜਿਸ ਦਾ ਮਤਲਬ ਹੈ ਕਿ ਕੋਰੋਨਾ ਵਾਇਰਸ ਦੀ ਥਰਡ ਵੇਵ ਦਾ ਅਸਰ ਨਾਰਮਲ ਲਾਈਫ ਨੂੰ ਪ੍ਰਭਾਵਿਤ ਕਰੇਗਾ। We all want to get back to a semblance. Obviously, we all want to get back to a semblance of normality as quickly as possible. And that's why, as a government, we're working every single day to get more vaccines more quickly into the arms of Canadians. And it's good news that we have today that we can announce 6.5 million doses to be arriving by the end of next month, by the end of March, and tens of millions of doses scheduled to arrive at the very least in April, May, and June. So we're well on our way, but what actually that's going to mean in terms of loosening of public health rules will depend on many factors, including vaccination rates, but also the presence of variants of a third wave. ਇਸ ਵਾਰ ਦਾ ਕੁਆਡ ਸੰਮੇਲਨ ਆਨਲਾਈਨ ਹੋਵੇਗਾ, ਵਰਚੁਅਲ ਤਰੀਕੇ ਦੇ ਨਾਲ ਹੋਵੇਗਾ, ਜਿਸ ਦੇ ਵਿੱਚ 4 ਦੇਸ਼ ਸ਼ਾਮਿਲ ਹੋਣਗੇ। ਵਾਈਟ ਹਾਊਸ ਵੱਲੋਂ ਇਸ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਕਈ ਅਹਿਮ ਮੁੱਦਿਆਂ ਦੇ ਉੱਪਰ 4 ਦੇਸ਼ਾਂ ਦੇ ਨੇਤਾਵਾਂ ਵੱਲੋਂ ਚਰਚਾ ਕੀਤੀ ਜਾਵੇਗੀ। ਵਾਈਟ ਹਾਊਸ ਵੱਲੋਂ ਕੁਆਡ ਸੰਮੇਲਨ ਦੇ ਬਾਰੇ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਦੱਸਿਆ ਹੈ ਕਿ ਇਸ ਸੰਮੇਲਨ ਦੇ ਵਿੱਚ ਵੱਖ-ਵੱਖ ਵਿਸ਼ਵ ਦੇ ਮੁੱਦਿਆਂ ਦੇ ਉੱਪਰ ਚਰਚਾ ਹੋਵੇਗੀ। ਇਸ ਸੰਮੇਲਨ ਦੇ ਵਿੱਚ ਭਾਰਤ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਸ਼ਾਮਿਲ ਹੋਣਗੇ। ਇਨ੍ਹਾਂ 4 ਦੇਸ਼ਾਂ ਦੇ ਆਗੂ ਇਸ ਸੰਮੇਲਨ ਦੇ ਵਿੱਚ ਕੋਵਿਡ-19 ਦੀਆਂ ਚੁਣੌਤੀਆਂ, ਇਕਨੋਮੀ ਦੇ ਉੱਪਰ ਇਸ ਦਾ ਪਿਆ ਪ੍ਰਭਾਵ ਅਤੇ ਹੋਰ ਵੀ ਕਈ ਮੁੱਦਿਆਂ ਦੇ ਉੱਪਰ ਡਿਸਕਸ਼ਨ ਕਰਨਗੇ। ਦੱਸ ਦਈਏ ਕਿ ਇਹ ਸੰਮੇਲਨ ਵਰਚੁਅਲ ਤਰੀਕੇ ਦੇ ਨਾਲ ਹੋਵੇਗਾ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਵੱਲੋਂ ਇਸ ਦੇ ਨਾਲ ਸੰਬੰਧਿਤ ਜਾਣਕਾਰੀ ਦਿੱਤੀ ਗਈ। ਉਹਨਾਂ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਇਸ ਦੌਰਾਨ ਜੋ ਵਿਸ਼ਵ ਦੇ ਮੁੱਦੇ ਹਨ ਉਸ ਦੇ ਉੱਪਰ ਵਿਚਾਰ ਚਰਚਾ ਕੀਤੀ ਜਾਵੇਗੀ। ਸੰਮੇਲਨ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ, ਜਾਪਾਨ ਦੇ ਪ੍ਰਧਾਨ ਮੰਤਰੀ ਸ਼ਾਮਿਲ ਹੋਣਗੇ। ਇਸ ਮੌਕੇ ਦੇ ਉੱਪਰ ਵਿਦੇਸ਼ ਮੰਤਰਾਲੇ ਤੋਂ ਸਵਾਲ ਪੁੱਛਿਆ ਗਿਆ ਕਿ ਦੱਖਣੀ ਕੋਰੀਆ ਇਸ ਸੰਮੇਲਨ ਦੇ ਵਿੱਚ ਸ਼ਾਮਿਲ ਕਿਉਂ ਨਹੀਂ ਹੋ ਰਿਹਾ। ਇਸ ਦਾ ਜਵਾਬ ਦੇਣ ਤੋਂ ਉਹਨਾਂ ਵੱਲੋਂ ਮਨਾ ਕਰ ਦਿੱਤਾ ਗਿਆ। ਜੀ ਹਾਂ, ਉਹਨਾਂ ਨੇ ਇਸ ਸਵਾਲ ਦੇ ਉੱਪਰ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। 12 ਮਾਰਚ ਨੂੰ ਆਨਲਾਈਨ ਤਰੀਕੇ ਦੇ ਨਾਲ ਹੋਣ ਵਾਲੇ ਸਮਾਗਮ ਦੇ ਵਿੱਚ 4 ਦੇਸ਼ ਸ਼ਮੂਲੀਅਤ ਕਰਨਗੇ, ਜਿਨ੍ਹਾਂ ਵੱਲੋਂ ਵੱਖ-ਵੱਖ ਵਿਸ਼ਵ ਦੇ ਮੁੱਦਿਆਂ ਦੇ ਉੱਪਰ ਚਰਚਾ ਕੀਤੀ ਜਾਵੇਗੀ, ਜਿਸ ਤਰ੍ਹਾਂ ਉਮੀਦ ਪ੍ਰਗਟਾਈ ਗਈ ਹੈ। ਸਰੀ ਡੈਲਟਾ ਪਾਰਕ ਦੇ ਵਿੱਚ ਹੁਣ ਐਲਕੋਹਲ ਕੰਜ਼ੰਪਸ਼ਨ ਦੀ ਇਜਾਜ਼ਤ ਮਿਲ ਸਕਦੀ ਹੈ। ਇਸ ਦੇ ਵਾਸਤੇ ਇੱਕ ਸਰਵੇ ਵੀ ਕਰਵਾਇਆ ਗਿਆ। ਸਰਵੇ ਦੇ ਨਤੀਜੇ ਕਾਫੀ ਜ਼ਿਆਦਾ ਪੋਜ਼ਿਟਿਵ ਆਏ ਨੇ। ਇਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਜੋ ਕੋਰੋਨਾ ਵਾਇਰਸ ਦੇ ਕਰਕੇ ਕਾਫੀ ਜ਼ਿਆਦਾ ਮੈਂਟਲ ਸਟ੍ਰੈਸ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ, ਇਸ ਪ੍ਰੋਜੈਕਟ ਦੇ ਨਾਲ ਉਹਨਾਂ ਨੂੰ ਕੁਝ ਰਾਹਤ ਮਿਲੇਗੀ। 7 ਜਿਹੜੀਆਂ ਪਾਰਕਾਂ ਅਜਿਹੀਆਂ ਹਨ ਜਿੱਥੇ ਇਹ ਇਜਾਜ਼ਤ ਦਿੱਤੀ ਜਾਵੇਗੀ ਕਿ ਉੱਥੇ ਪਰਿਵਾਰ ਦੇ ਨਾਲ, ਆਪਣੇ ਫੈਮਿਲੀ ਮੈਂਬਰਸ ਦੇ ਨਾਲ ਤੁਸੀਂ ਬੀਅਰ ਇੰਜੋਏ ਕਰ ਸਕਦੇ ਹੋ। ਹੁਣ ਡੈਲਟਾ ਦੀਆਂ ਕੁਝ ਪਾਰਕਸ ਦੇ ਵਿੱਚ ਐਲਕੋਹਲ ਕੰਜ਼ੰਪਸ਼ਨ ਦੀ ਇਜਾਜ਼ਤ ਦਿੱਤੀ ਜਾਵੇਗੀ। ਹੁਣ ਡੈਲਟਾ ਵਾਸੀ ਲੀਗਲੀ ਤੌਰ ਦੇ ਉੱਪਰ ਕੁਝ ਪਾਰਕਾਂ ਦੇ ਵਿੱਚ ਬੀਅਰ ਇੰਜੋਏ ਕਰ ਸਕਣਗੇ। ਇਸ ਦੀ ਜਾਣਕਾਰੀ ਡੈਲਟਾ ਕੌਂਸਲ ਵੱਲੋਂ ਸਾਂਝੀ ਕੀਤੀ ਗਈ ਹੈ। ਉਹਨਾਂ ਨੇ ਕਿਹਾ ਹੈ ਕਿ ਜਲਦ ਹੀ ਇੱਕ ਪਾਇਲਟ ਪ੍ਰੋਜੈਕਟ ਪਲਾਨ ਦੇ ਨਾਲ ਇੰਪਲੀਮੈਂਟ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਬਹੁਤ ਸਾਰੇ ਲੋਕ ਇਸ ਪੈਂਡੈਮਿਕ ਤੋਂ ਟਾਇਰਡ ਹੋ ਚੁੱਕੇ ਹਨ। ਉਹਨਾਂ ਦੀ ਮੈਂਟਲ ਹੈਲਥ ਦੇ ਉੱਪਰ ਵੀ ਕਈ ਤਰ੍ਹਾਂ ਦਾ ਸਟ੍ਰੈਸ ਇਸ ਕੋਰੋਨਾ ਵਾਇਰਸ ਦੇ ਕਰਕੇ ਦੇਖਿਆ ਜਾ ਰਿਹਾ ਹੈ ਤੇ ਉਹਨਾਂ ਦੇ ਕੋਲ ਹੁਣ ਓਪਰਚੁਨਿਟੀ ਹੈ ਕਿ ਉਹ ਲੋਕਾਂ ਨੂੰ ਸਪੋਰਟ ਕਰਨ। ਉਹਨਾਂ ਕਿਹਾ ਕਿ ਓਪਰਚੁਨਿਟੀ ਹੈ ਕਿ ਰਿਸਪੌਂਸਿਬਲ ਅਡਲਟਸ ਨੂੰ ਰਿਸਪੌਂਸਿਬਲ ਅਡਲਟਸ ਦੀ ਤਰ੍ਹਾਂ ਟਰੀਟ ਕੀਤਾ ਜਾਵੇ। ਉਹਨਾਂ ਕਿਹਾ ਕਿ ਅਜਿਹਾ ਕਦਮ ਚੁੱਕਣ ਦੇ ਨਾਲ ਲੋਕ ਘਰਾਂ ਤੋਂ ਬਾਹਰ ਆ ਕੇ ਇੰਜੋਏ ਕਰਨਗੇ ਤੇ ਉਹਨਾਂ ਦੇ ਦਿਮਾਗ ਦੇ ਉੱਪਰ ਜੋ ਬੋਝ ਕੋਰੋਨਾ ਵਾਇਰਸ ਦਾ ਹੈ ਉਸ ਤੋਂ ਵੀ ਕਾਫੀ ਹੱਦ ਤੱਕ ਰਾਹਤ ਮਿਲੇਗੀ। 7 ਸਿਟੀ ਪਾਰਕਸ ਦੇ ਵਿੱਚ ਐਲਕੋਹਲ ਕੰਜ਼ੰਪਸ਼ਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਜੋ ਪਿਛਲੇ ਸਾਲ ਅਜਿਹੇ ਪਾਇਲਟ ਦੀ ਸ਼ੁਰੂਆਤ ਕੀਤੀ ਗਈ ਸੀ ਉਸ ਦੇ ਵਿੱਚ ਸਫਲਤਾ ਹੱਥ ਲੱਗੀ ਸੀ। ਹੁਣ ਇਸ ਤੋਂ ਬਾਅਦ 7 ਸਿਟੀ ਪਾਰਕਸ ਦੇ ਵਿੱਚ ਡਰਿੰਕਿੰਗ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਲੋਕਾਂ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰ ਦੇ ਨਾਲ ਰਿਸਪੌਂਸਿਬਲ ਤਰੀਕੇ ਦੇ ਨਾਲ ਆਪਣੇ ਡਰਿੰਕ ਨੂੰ ਇੰਜੋਏ ਕਰਨਗੇ। ਇੱਕ ਸਰਵੇ ਕਰਵਾਇਆ ਗਿਆ ਜਿਸ ਦੇ ਵਿੱਚ ਇਹ ਸਾਹਮਣੇ ਆਇਆ ਕਿ 86% ਲੋਕ ਅਜਿਹੇ ਹਨ ਜਿਨ੍ਹਾਂ ਨੇ ਇਸ ਪਾਇਲਟ ਨੂੰ ਅੱਗੇ ਚਾਲੂ ਰੱਖਣ ਦੇ ਲਈ ਕਿਹਾ ਹੈ। ਹਵਾਈ ਦੇ ਵਿੱਚ ਸਟੇਟ ਆਫ ਐਮਰਜੈਂਸੀ ਲਗਾ ਦਿੱਤੀ ਗਈ ਹੈ। ਉਹ ਇਸ ਕਰਕੇ ਕਿਉਂਕਿ ਇੱਥੇ ਭਾਰੀ ਬਰਸਾਤ ਹੋਈ ਜਿਸ ਤੋਂ ਬਾਅਦ ਕਈ ਹਿੱਸਿਆਂ ਦੇ ਵਿੱਚ ਹੜ੍ਹ ਆ ਗਿਆ। ਇੰਨਾ ਹੀ ਨਹੀਂ, ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ 2 ਲੋਕ ਪਾਣੀ ਦੇ ਵਿੱਚ ਵਹਿ ਵੀ ਗਏ। ਬਹੁਤ ਸਾਰੇ ਘਰ ਪ੍ਰਭਾਵਿਤ ਹੋ ਸਕਦੇ ਨੇ, ਲੋਕ ਪ੍ਰਭਾਵਿਤ ਹੋ ਸਕਦੇ ਨੇ। ਅਜਿਹੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਜਲਦ ਤੋਂ ਜਲਦ ਇਹਨਾਂ ਹਿੱਸਿਆਂ ਨੂੰ ਖਾਲੀ ਕੀਤਾ ਜਾਵੇ। ਹਵਾਈ ਵੱਲੋਂ ਸਟੇਟ ਆਫ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ।
ਇੱਥੇ ਭਾਰੀ ਬਰਸਾਤ ਹੋਈ, ਜਿਸ ਦੇ ਕਾਰਨ ਕਈ ਜਗ੍ਹਾ ਦੇ ਉੱਪਰ ਹੜ੍ਹ ਆ ਗਿਆ। ਇਸ ਦੌਰਾਨ ਜਾਣਕਾਰੀ ਸਾਹਮਣੇ ਆਈ ਹੈ ਕਿ 2 ਲੋਕ ਪਾਣੀ ਦੇ ਵਿੱਚ ਬਹਿ ਗਏ। ਹਵਾਈ ਸਰਕਾਰ ਨੇ ਇਸੇ ਦੇ ਚੱਲਦਿਆਂ US ਦੇ ਵਿੱਚ ਸਟੇਟ ਆਫ ਐਮਰਜੈਂਸੀ ਲਗਾ ਦਿੱਤੀ। ਇੱਥੇ ਭਾਰੀ ਬਰਸਾਤ ਹੋਈ, ਜਿਸ ਦੇ ਕਰਕੇ ਡੈਮ ਫੇਲੀਅਰ ਦੇਖਿਆ ਗਿਆ ਅਤੇ ਹੁਣ ਲੈਂਡਸਲਾਈਡ ਦਾ ਖਤਰਾ ਹੈ, ਜਿਸ ਦੇ ਚੱਲਦਿਆਂ ਚੇਤਾਵਨੀ ਦਿੱਤੀ ਗਈ ਕਿ ਕਈ ਲੋਕ ਇਸ ਦੇ ਨਾਲ ਪ੍ਰਭਾਵਿਤ ਹੋ ਸਕਦੇ ਹਨ, ਕਿਉਂਕਿ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ। ਮਾਉਈ ਆਈਲੈਂਡ ਦਾ ਡੈਮ ਇਸ ਸਮੇਂ ਓਵਰਫਲੋ ਕਰ ਰਿਹਾ ਹੈ। ਇਸ ਦੇ ਨਾਲ ਕਈ ਘਰਾਂ ਨੂੰ ਨੁਕਸਾਨ ਪਹੁੰਚਣ ਦੇ ਉੱਪਰ ਵੀ ਸ਼ੰਕਾ ਜਤਾਈ ਗਈ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਸ਼ੁੱਕਰਵਾਰ ਤੱਕ ਹੀ ਇੱਥੇ ਖਰਾਬ ਮੌਸਮ ਰਹਿਣ ਵਾਲਾ ਹੈ। ਡਿਪਾਰਟਮੈਂਟ ਆਫ ਐਮਰਜੈਂਸੀ ਮੈਨੇਜਮੈਂਟ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਇੱਥੇ ਜਗ੍ਹਾ ਇਲਾਕੇ ਖਾਲੀ ਕਰ ਦੇਣ। ਦੱਸ ਦਈਏ ਕਿ ਖਬਰ ਸਾਹਮਣੇ ਆਈ ਹੈ ਕਿ ਇਸ ਦੌਰਾਨ ਪਾਣੀ ਦੇ ਵਿੱਚ 2 ਲੋਕ ਬਹਿ ਗਏ ਹਨ। ਇਸ ਦੇ ਨਾਲ ਹੀ ਰਸਤੇ ਵੀ ਨੁਕਸਾਨੇ ਜਾ ਚੁੱਕੇ ਨੇ। ਇੰਨਾ ਹੀ ਨਹੀਂ, ਇੱਥੋਂ ਦੇ ਇੱਕ ਬ੍ਰਿਜ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਮੇਅਰ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇੱਥੇ 6 ਘਰ ਪੂਰੀ ਤਰ੍ਹਾਂ ਦੇ ਨਾਲ ਨੁਕਸਾਨੇ ਜਾ ਚੁੱਕੇ ਨੇ, ਕਿਉਂਕਿ ਸ਼ੁੱਕਰਵਾਰ ਤੱਕ ਮੌਸਮ ਅਜਿਹਾ ਹੀ ਰਹਿਣ ਵਾਲਾ ਹੈ। ਇਸ ਦੇ ਚੱਲਦਿਆਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਆਸ-ਪਾਸ ਦੇ ਇਲਾਕਿਆਂ ਨੂੰ ਖਾਲੀ ਕੀਤਾ ਜਾਵੇ ਤਾਂ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਕੀਤਾ ਜਾਵੇ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਹੁਣ ਇੱਥੇ ਐਸਟ੍ਰਾਜੈਨੇਕਾ ਵੈਕਸੀਨ ਲਗਾਉਣ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਦੀ ਸ਼ੁਰੂਆਤ ਸ਼ੁੱਕਰਵਾਰ ਤੋਂ ਕੀਤੀ ਜਾਵੇਗੀ। ਪੂਰਾ ਪ੍ਰੋਸੈਸ ਉਹਨਾਂ ਵੱਲੋਂ ਦੱਸਿਆ ਗਿਆ। ਜਾਣੋ ਇਸ ਖਬਰ ਦੇ ਰਾਹੀਂ। ਓਨਟਾਰੀਓ ਵੱਲੋਂ ਐਸਟ੍ਰਾਜੈਨੇਕਾ ਵੈਕਸੀਨ ਦੇ ਪਲਾਨ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ। ਇਸ ਦੇ ਵਿੱਚ ਦੱਸਿਆ ਗਿਆ ਕਿ ਜਿਹੜੇ ਐਲੀਜੀਬਲ ਓਨਟਾਰੀਅਨਸ ਹਨ, ਜਿਨ੍ਹਾਂ ਦੀ ਉਮਰ 60 ਸਾਲ ਤੇ 64 ਸਾਲ ਦੇ ਵਿਚਕਾਰ ਹੈ, ਉਹ ਆਪਣੀ ਅਪਾਇੰਟਮੈਂਟ ਐਸਟ੍ਰਾਜੈਨੇਕਾ ਵੈਕਸੀਨ ਦੇ ਵਾਸਤੇ ਫਿਕਸ ਕਰ ਸਕਦੇ ਹਨ। ਇਸ ਦੀ ਸ਼ੁਰੂਆਤ ਸ਼ੁੱਕਰਵਾਰ ਤੋਂ ਹੋਵੇਗੀ। ਇਸ ਨੂੰ 3 ਪਬਲਿਕ ਹੈਲਥ ਯੂਨਿਟਸ ਦੇ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ। ਐਸਟ੍ਰਾਜੈਨੇਕਾ ਪਾਇਲਟ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਦੇ ਵਿੱਚ ਟੋਰਾਂਟੋ, ਵਿੰਡਸਰ, ਐਸੈਕਸ ਅਤੇ ਕਿੰਗਸਟਨ, ਫਰੌਂਟੋਨੈਕ ਅਤੇ ਲੈਨੋਕਸ ਐਂਡ ਐਡਿੰਗਟਨ ਦੇ 325 ਫਾਰਮੇਸੀਜ਼ ਸ਼ਾਮਲ ਹੋਣਗੇ। ਇਸ ਪਾਇਲਟ ਪ੍ਰੋਗਰਾਮ ਦੇ ਅਧੀਨ 1,54,500 ਐਸਟ੍ਰਾਜੈਨੇਕਾ ਡੋਜ਼ਸ ਲਗਾਈਆਂ ਜਾਣਗੀਆਂ। ਦੱਸ ਦਈਏ ਕਿ ਕੈਨੇਡਾ ਵੱਲੋਂ ਐਸਟ੍ਰਾਜੈਨੇਕਾ ਵੈਕਸੀਨ ਨੂੰ ਅਪਰੂਵ ਕੀਤਾ ਜਾ ਚੁੱਕਿਆ ਹੈ ਤੇ ਇਸ ਹਫ਼ਤੇ ਓਨਟਾਰੀਓ ਨੂੰ ਇਸ ਦੀ ਸ਼ਿਪਮੈਂਟ ਮਿਲੇਗੀ। ਜਨਰਲ ਰਿਕ ਹਿਲਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਹਰ ਫਾਰਮੇਸੀ ਨੂੰ 40 ਵੈਕਸੀਨ ਰੋਜ਼ਾਨਾ ਦਿੱਤੀਆਂ ਜਾਣਗੀਆਂ। ਪ੍ਰੀਮੀਅਰ ਡਗ ਫੋਰਡ ਵੱਲੋਂ ਵੀ ਇਸ ਦੇ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਓਨਟਾਰੀਓ ਦੇ ਵਿੱਚ 120 ਨਵੇਂ ਮਾਸ ਇਮਿਊਨਾਈਜੇਸ਼ਨ ਕਲੀਨਿਕ ਖੋਲ੍ਹੇ ਜਾਣਗੇ। ਇਸ ਮੌਕੇ ਹੋਰ ਉਹਨਾਂ ਨੇ ਕੀ ਕਿਹਾ, ਆਓ ਤੁਹਾਨੂੰ ਸੁਣਾਉਂਦੇ ਹਾਂ। That our vaccine supply is continuing to improve. Yesterday, we received 194,500 doses of the AstraZeneca vaccine. To get these vaccines administered as quickly as possible, more members of Team Ontario are stepping up. As of Friday, over 325 pharmacies will be beginning offering the AstraZeneca vaccine to Ontarians between the ages of 60 and 64. In fact, some pharmacies started administering vaccines this morning. This vaccine pilot will begin in 3 PHUs, including Toronto, Windsor-Essex, and Kingston, Frontenac, Lennox, and Addington. For those eligible, you can find a list of participating pharmacies at ontario.ca/pharmacy COVID vaccine. In addition, primary care professionals will be offering vaccinations in primary care settings and community locations such as physician offices beginning this weekend. They will be contacting eligible Ontarians aged 60 to 64. This expansion will start with Hamilton, Toronto, Guelph, Peterborough, Simcoe, Muskoka, and Peel. My friends, the light at the end of the tunnel keeps getting brighter. Please be patient. We will get through this. ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਬੈਂਕ ਆਫ ਕੈਨੇਡਾ ਨੇ ਵਿਆਜ ਦਰ ਦਾ ਕੀਤਾ ਐਲਾਨ। 0.25% ਤੇ ਬਰਕਰਾਰ ਰਹੇਗੀ ਵਿਆਜ ਦਰ। ਬ੍ਰੈਂਪਟਨ ਦੇ ਕ੍ਰੈਮੇਟੋਰੀਅਨ ਅਤੇ ਵਿਜ਼ਿਟੇਸ਼ਨ ਸੈਂਟਰ ਨੂੰ ਕੀਤਾ ਗਿਆ ਬੰਦ। ਪੰਜਾਬੀ ਮੈਨੇਜਰ ਦਾ ਲਾਇਸੈਂਸ ਰੱਦ। ਇਸ ਦੇ ਨਾਲ ਹੀ ਜਾਣੋ ਕੈਨੇਡਾ ਦੇ ਵਿੱਚ ਕਰੋਨਾ ਵਾਇਰਸ ਦੇ ਹਾਲਾਤ। ਮੈਟਰੋ ਵੈਂਕੂਵਰ ਦੇ ਵਿੱਚ ਵੱਧ ਹੋਏ ਗੈਸ ਦੇ ਰੇਟ। $1.50 ਪ੍ਰਤੀ ਲੀਟਰ ਤੇ ਪਹੁੰਚੀ ਕੀਮਤ। ਕੈਨੇਡਾ ਆਉਣ ਵਾਲਿਆਂ ਦੀ ਪਹਿਲੀ ਪਸੰਦ ਬਣਿਆ ਟੋਰਾਂਟੋ। ਛੋਟੇ ਸ਼ਹਿਰ ਕੈਨੇਡਾ ਆਉਣ ਵਾਲਿਆਂ ਨੂੰ ਕਰ ਰਹੇ ਆਕਰਸ਼ਿਤ। ਕਿਊਬੈਕ ਦੇ ਵਿੱਚ ਆਮ ਲੋਕਾਂ ਨੂੰ ਲੱਗਣਗੇ ਟੀਕੇ। ਜਾਣੋ ਟੀਕੇ ਦੇ ਬਾਰੇ ਸਾਰੀ ਜਾਣਕਾਰੀ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।
ਹੈ।